सजन सच्चा पातशाह सिर शाह दे शाह जिस पास बैठिया सोहिए सपना दा विशाह वाहिगुरु साहब जी गौड़ी महला पहला सतगुरु मिले सो मरण दिखाई मरण रहन रस अंतर पाए सतगुरु मिले सो मरण दिखाई मरण रहन रस अंतर पाए गर्भ निवार गगनपुर पाए मरने खाए आए नहीं रहना हर जप जाप हर शरणा रहा सतगुरु मिले तां दुविधा भागै कमल विकास मन हरे प्रभ लागै जीवत मरै महारस आगै सतगुरु मिलिए सत संयम सूचा गुर की पौड़ी ऊंचो ऊंचा कर्म मिले जम का पौचा गुर मिले मिल अंक समाया कर कृपा कर महल दिखाया नानक हूँ मैं मार मिलाया कर कृपा कर महल दिखाया नानक हूँ मैं मार मिलाया वाहेगुरु जी का खालसा वाहेगुरु जी की गुरु प्यारी साध संगत जी जुगो जुगटल श्री गुरु ग्रंथ साहिब जी ਦੀ ਅਪਾਰ ਕਿਰਪਾ ਸਦਕਾ ਅਸੀਂ ਸਾਰੇ ਉਹਨਾਂ ਦੀ ਮਿੱਠੀ ਤੇ ਨਿੱਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਹੁਣੇ ਹੀ ਅਸੀਂ ਅਤੀ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹੋਏ ਬਚਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਗੌੜੀ ਗਵਾਰੇਰੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 153 ਤੇ ਸੁਸ਼ੋਭਿਤ ਹਨ ਬੜੇ ਹੀ ਪਿਆਰ ਨਾਲ ਸਰਵਣ ਕੀਤੇ। ਗੁਰੂ ਮਹਾਰਾਜ ਦੀ ਅਸੀਸ ਨਾਲ ਸ਼ਬਦ ਦੇ 4 ਬੰਦਾਂ ਵਿੱਚੋਂ 2 ਬੰਦਾਂ ਦੀ ਤੇ ਰਹਾਉ ਦੀ ਵਿਚਾਰ ਗੁਰੂ ਮਹਾਰਾਜ ਨੇ ਕੱਲ ਕਰਵਾਈ ਸੀ। ਆਓ ਗੁਰੂ ਮਹਾਰਾਜ ਤੋਂ ਅਸੀਸ ਲੈ ਕੇ ਤੀਸਰੇ ਤੇ ਚੌਥੇ ਬੰਦ ਵਿੱਚ गुरु जी केड़े बचन साडी झोली विच पा रहे हैं उस दे विचारण दी निमाणी जी ही कोशिश करिए। बख्शो असीस उच्चारण करिए जी। सतनाम श्री वाहिगुरु। सतगुरु मिलिए सच संयम सुचा गल कर रहे हैं। शब्द की शुरुआत भी सतगुरु अखर तो हुई सी कि जिन्हों पूरा गुरु मिल जाता है उसके अंदरों 5 विकार मर जाते हैं ते उसका जीवन स्वच्छ साफ पवित्र हो जाता है। हुण गुरु जी समझा रहे हैं सतगुर मिलिए जदों पूरा गुरु मिल गया की होएगा सच संयम सुचा तेरा जीवन सच परमात्मा नाल जुड़ जाएगा। सदा कायम रहने वाले अविनाशी प्रभु नाल तेरा मन हर वेले जुड़िया रहेगा। संयम तो भाव है तेरा जीवन एक मर्यादा विच आ जाएगा, एक डिसिप्लिन विच आ जाएगा।
ਜਿਵੇਂ ਸਕੂਲ ਵਿੱਚ ਬੱਚੇ ਦਾ ਦਾਖਲਾ ਹੋਏ ਤੇ ਉਸ ਨੂੰ ਯੂਨੀਫਾਰਮ ਪਾ ਕੇ ਹੀ ਸਕੂਲ ਵਿੱਚ ਐਂਟਰੀ ਮਿਲਦੀ ਹੈ। ਸੰਜਮ ਤੋਂ ਭਾਵ ਜੀਵਨ ਨੂੰ ਇੱਕ ਮਰਿਆਦਾ ਵਿੱਚ ਲੈ ਆਣਾ, ਇੱਕ ਡਿਸਿਪਲਿਨ ਵਿੱਚ ਜੀਵਨ ਬਿਤਾਣਾ। ਜੇ ਗੁਰੂ ਮਹਾਰਾਜ ਦਾ ਹੁਕਮ ਹੈ ਕਿ ਗੁਰਸਿੱਖ ਨੇ ਨਿਤਨੇਮ ਕਰਨਾ ਹੈ ਤੇ ਉਹ ਸੰਜਮ ਵਿੱਚ ਰਹਿ ਕੇ ਰੋਜ਼ ਨਿਤ ਦਾ ਨੇਮ ਬਣਾਉਂਦਾ ਹੈ ਕਿ ਮੈਂ ਗੁਰੂ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਹੈ। ਜਿਹਦਾ ਜੀਵਨ ਸੰਜਮ ਵਿੱਚ ਨਹੀਂ ਹੈ ਉਹ ਜਿੱਧਰ ਮਰਜੀ ਦੁਬਿਧਾ ਵਿੱਚ ਫਸਿਆ ਰਹਿੰਦਾ ਹੈ, ਇੱਧਰ ਉੱਧਰ ਭਟਕਦਾ ਰਹਿੰਦਾ ਹੈ। ਸੰਜਮ ਬਾਰੇ ਭਾਈ ਵੀਰ ਸਿੰਘ ਜੀ ਨੇ ਕਿੰਨਾ ਵਧੀਆ ਲਿਖਿਆ ਹੈ। ਲਿਖਦੇ ਹਨ ਕਿ ਜੇ ਸੀਤਾ ਮਾਤਾ ਸੰਜਮ ਵਿੱਚ ਰਹਿੰਦੇ, ਇੱਕ ਮਰਿਆਦਾ ਵਿੱਚ ਰਹਿੰਦੇ, ਇੱਕ ਲਕੀਰ ਖਿੱਚੀ ਗਈ ਸੀ ਕਿ ਇਸ ਤੋਂ ਬਾਹਰ ਨਹੀਂ ਨਿਕਲਣਾ, ਪਰ ਉਹ ਨਿਕਲ ਗਏ ਤਾਂ ਇੰਨੇ ਫਸਾਦ ਪਏ। ਜਦੋਂ ਜੀਵਨ ਸੰਜਮ ਤੋਂ ਪਰੇ ਹੋ ਜਾਂਦਾ ਹੈ, ਜੀਵਨ ਦੁੱਖਾਂ ਨਾਲ ਭਰ ਜਾਂਦਾ ਹੈ। ਪਰ ਸਤਿਗੁਰ ਦੇ ਮਿਲਣ ਨਾਲ ਜੀਵਨ ਵਿੱਚ ਤਬਦੀਲੀ ਕੀ ਆਉਂਦੀ ਹੈ? ਇੱਕ ਤਾਂ ਸੱਚ ਨਾਲ ਮਿਲਾਪ ਹੋ ਗਿਆ, ਫਿਰ ਜੀਵਨ ਸੰਜਮ ਵਿੱਚ ਆ ਗਿਆ ਤੇ ਜੀਵਨ ਸੂਚਾ ਤੋਂ ਭਾਵ ਪਵਿੱਤਰ ਹੋ ਗਿਆ। ਜਨਮਾਂ ਜਨਮਾਂ ਦਾ ਪਾਪੀ ਮਨ ਪਵਿੱਤਰ ਹੋ ਗਿਆ ਜਦੋਂ ਮੈਨੂੰ ਗੁਰੂ ਮਿਲ ਪਿਆ। ਸਾਧ ਸੰਗਤ ਜੀ, ਆਓ ਅੱਜ ਗੁਰੂ ਮਹਾਰਾਜ ਤੋਂ ਅਸੀਸ ਲੈ ਕੇ ਇਹਨਾਂ 6 ਤੁਕਾਂ ਵਿੱਚ ਕੇਂਦਰੀ ਅੱਖਰ ਸਤਿਗੁਰੂ ਲਈਏ। ਜਿਨ੍ਹਾਂ ਦੇ ਜੀਵਨ ਵਿੱਚ ਗੁਰੂ ਨਹੀਂ ਹੈ ਉਹਨਾਂ ਦੀ ਕੀ ਹਾਲਤ ਹੈ, ਤੇ ਜਿਨ੍ਹਾਂ ਨੂੰ ਗੁਰੂ ਮਿਲ ਪਿਆ ਹੈ ਚੰਗੇ ਕਰਮਾਂ ਨਾਲ, ਉਹਨਾਂ ਦਾ ਜੀਵਨ ਕਿਹੋ ਜਿਹਾ ਹੈ। ਜੋ ਸਤਿਗੁਰ ਤੇ ਮੂੰਹ ਫਿਰੇ ਤਿਨਾ ਠੌਰ ਨਾ ਠਾਓ, ਜੋ ਛੁੱਟੜ ਕਰ ਕਰ ਫਿਰੇ ਦੋ ਚਾਰਨ ਬਦਨਾਮ। ਜਿਨ੍ਹਾਂ ਨੇ ਗੁਰੂ ਵੱਲੋਂ ਮੂੰਹ ਫੇਰਿਆ ਹੈ, ਠੌਰ ਤੋਂ ਭਾਵ ਉਹਨਾਂ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਹੈ। ਸੋਚੋ, ਜਿਸ ਮਨੁੱਖ ਦਾ ਘਰ ਨਾ ਆਪਣਾ ਹੋਏ ਨਾ ਕਿਰਾਏ ਤੇ ਹੋਏ, ਕਦੀ ਕਿੱਥੇ ਸਮਾਨ ਚੁੱਕ ਕੇ ਭਟਕੇਗਾ, ਕਦੀ ਕਿੱਥੇ ਭਟਕੇਗਾ। ਜਿਨ੍ਹਾਂ ਨੇ ਗੁਰੂ ਤੋਂ ਮੂੰਹ ਫੇਰਿਆ ਹੈ ਉਹ ਉਸ ਛੁੱਟੜ ਇਸਤਰੀ ਦੀ ਤਰ੍ਹਾਂ ਹਨ ਜਿਸ ਨੂੰ ਪਤੀ ਨੇ ਵੀ ਛੱਡਿਆ ਹੈ ਤੇ ਥਾਂ ਥਾਂ ਤੇ ਜਾ ਕੇ ਮੰਗਦੀ ਫਿਰਦੀ ਹੈ। ਕੋਈ ਵੀ ਉਸ ਨੂੰ ਪੱਕਾ ਰੱਖਣ ਲਈ ਤਿਆਰ ਨਹੀਂ ਹੈ। ਜੋ ਸਤਿਗੁਰ ਤੇ ਮੂੰਹ ਫਿਰੇ ਤਿਨਾ ਠੌਰ ਨਾ ਠਾਉ, ਜੋ ਛੁੱਟੜ ਕਰ ਕਰ ਫਿਰੇ ਦੋ ਚਾਰਨ ਬਦਨਾਮ। ਅੰਤਰ ਅਗਿਆਨ ਪਈ ਮਧ ਮਧਮ, सतगुर की प्रतीत नाही। अंदर कपट सब कपटो कर जाने, कपटे खपे खपाही। ਜਿਹੜੇ ਗੁਰੂ ਕੋਲ ਨਹੀਂ ਆਏ, ਕੀ ਹੈ ਉਹਨਾਂ ਦੇ ਅੰਦਰ? ਅਗਿਆਨਤਾ ਦਾ ਹਨੇਰਾ ਹੈ। ਪਈ ਮਤ ਮਧਮ, ਉਹਨਾਂ ਦੀ ਮਤ ਮਾਰੀ ਪਈ ਹੈ। ਉਹਨਾਂ ਦੇ ਅੰਦਰ ਕਪਟ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਦੂਸਰੇ ਦੇ ਅੰਦਰ ਵੀ ਕਪਟ ਹੈ। ਜੋ ਮਨੁੱਖ ਆਪ ਹੁੰਦਾ ਹੈ ਉਸ ਨੂੰ ਜਗਤ ਵੀ ਉਹ ਜਿਹਾ ਹੀ ਦਿਖਣ ਲੱਗ ਪੈਂਦਾ ਹੈ। ਭਲਾ ਕਰਨ ਵਾਲੇ ਨੂੰ ਲੱਗਦਾ ਹੈ ਸਾਰੇ ਹੀ ਭਲਾ ਕਰਦੇ ਹਨ ਤੇ ਠੱਗੀ ਮਾਰਨ ਵਾਲੇ ਨੂੰ ਲੱਗਦਾ ਹੈ ਸਾਰਾ ਜਗਤ ਹੀ ਠੱਗੀ ਮਾਰ ਰਿਹਾ ਹੈ। अंतर अज्ञान पई मद मध्यम, सतगुर की प्रतीत नाही। अंतर कपट सब कपटो कर जाने, कपटे खपे खपाए। सतगुर की प्रतीत न आया, शब्द न लागो पाओ। ओस नु सुख न उपजे, पावे 100 गेड़ा। तैनू गुरु ते भरोसा नहीं, तू कब्रां ते जाई फिरदा है, मड़ियां मसाना ते जाई फिरदा है। तां तीसरे पातशाह बचन कर रहे हैं, भावें सैकड़े बार आई सैकड़े बार चले जाई, जन्म मरण दा गेड़ खत्म ही नहीं होएगा क्योंकि तू निगुरा है। सतगुर बिन सतगुर सेवे बहुता दुख लगा,
जुग चाले फरमाई, हम दीन तुम जुग जुग दाते, शब्दे बुझाए। बिना सतगुर नो सेवे जीवन दुखा नाल भर जाता है। बिन सतगुर सेवे जी के बंधना, हौमे कर्म कमाए। बंधन विच फस जाता है मनुख बिना सतगुरु नो सेवे। ये उन्हां दी हालत है जिन्हां नू गुरु नहीं मिलिया। बजुर्गी विच गुरु अमरदास जी ने जदों एक फकीर नू बड़े प्यार नाल भोजन छका दिता ते जदों उसने पूछया तेरा गुरु कौन है, मैं निगुरा हां, ते कहन लगा मेरा जीवन भ्रष्ट हो गया, मैं निगुरे कोलों भोजन छक लिया। ते जदों बाबा अमरदास जी ने गुरु धारण कर लिया, सतगुर मिलिए, किस अवस्था से पहुंच गए। जदों शब्द सुनिया बीबी अमरो तो, पया मनूर कंचन फिर होवे, जे गुर मिले तिनेहा सतगुर मिलिए। गलिया सड़िया लोया भी कंचन सोना बन सकता है, जे पूरा गुरु मिल जाए ता गुरु अंगद देव जी दी शरण विच आके किथे पहुंच गए। भले अमरदास गुण तेरे सतगुर मिलिए। हर किया कथा कहानियां गुरबीर सुनाइया, बलिहारी गुर अपने गुर को। गुरु ने ही परमात्मा नाल मिलाप करना है, गुरु ने ही विचोला बनना है, और कोई विचोला नहीं बन सकता। ज्योति में जोत रल जाया दी अवस्था ते पहुंचना है ता गुरु दी शरण विच आना ही पड़ेगा, लाजमी है, कंपल्सरी है। पंजवें पातशाह ता आप परमेश्वर हन, कुछ भी कर सकते हन। ए दुनिया दे लोगों भुलेखा ना खा जाना, पंजवें पातशाह विच ते परमात्मा विच कोई फर्क ही नहीं है। ए पद्धत ते मत चुके रे मन, वेद विवेक न जान पियो, प्रत्यक्ष हृदय गुरु अर्जन के, हर पूरन ब्रह्म निवास लियो। पर ओ आप किवें गुरु नानक दी शरण विच आए ते जदों हर गोबिंद बालक दा जन्म होया तां उन्हां ने गुरु नानक दा शुकराना कीता, सतगुर मिलिए। गुरु नानक तुठा कीनी दास, सतगुर मिलिए। जिन्नियां भी जीवन विच औखियां समा आया, उन्हां ने गुरु नानक दा ही आसरा लिया ते कहा मेरा सतगुर रखवाला हुआ, तार कृपा प्रभ हाथ दे रखिया, हर गोबिंद। आप परमेश्वर हन पर गुरु नानक दी शरण विच हन, सतगुर मिलिए। सतगुर नो सब को वेखदा, चेता जगत संसार, जिथे मुक्त न होवई, जिचर शब्द न करे विचार, सतगुर मिलिए। सारे ही असी गुरु दे दर्शन करन आए हां, पर सतगुर नु मिलना की है, शब्द दी विचार करनी, शब्द मुताबक अपना जीवन जीना। सतगुर शब्द उचारो दीपा, बिनस्यो अंधकार तै मंदर, रतन कोठड़ी खुली अनूपा, सतगुर मिलिए। सतगुर पूरा पाना ता जपिया नाम रमाना। रमाना रमे हुए नाम, परमात्मा दा नाम उदों ही जपिया जा सकता है जदों सतगुरु मिल जाता है। आज गुरु जी तीसरे बंद विच पहली तुक विच बचन कर रहे हैं, सतगुर मिलिए। जदों मैनू पूरा गुरु मिल गया, सच मैं परमात्मा नाल जुड़ गया, संजम मेरा जीवन एक मर्यादा विच आ गया, एक अनुशासन विच आ गया। जिस दिन किसी बहुत मजबूरी करके मैं हस्पताल विच हां जां होर कोई
ऐसा समा बन आया कि मैं नितनेम नहीं कीता ਤਾਂ ਜਦੋਂ ਤੱਕ ਮੈਂ ਨਿਤਨੇਮ ਨਹੀਂ ਕਰ ਲੈਂਦਾ ਮੈਨੂੰ ਚੈਨ ਨਹੀਂ ਪੈਂਦੀ ਕਿਉਂ ਕਿਉਂਕਿ ਮੈਂ ਹੁਣ ਆਪਣੇ ਜੀਵਨ ਨੂੰ ਇੱਕ ਮਰਿਆਦਾ ਵਿੱਚ ਇੱਕ ਡਿਸਪਲਿਨ ਵਿੱਚ ਇੱਕ ਸੰਜਮ ਵਿੱਚ ਰੱਖਣਾ ਹੈ ਤੇ ਫਿਰ ਕੀ ਹੋਏਗਾ ਸੁੱਚਾ ਜੀਵਨ ਪਵਿੱਤਰ ਹੋ ਗਿਆ ਪਵਿੱਤਰ ਸੁੱਚਾ जो पे हमना पाप करंता अहे अनंता पतित पावन नाम सुचा ए परमात्मा तेरा नाम सुचा किन्ने पाना सी जे मैं पाप ही ना करदा भगत रविदास जी ने कैसी प्रेम दी इंतहा दर्शा दिती परमात्मा नाल सुचा गनका पापन होए के पापा दा गलहार परोता उस तो बाद पाप ते नहीं असी कीते भाई गुरदास जी दे वचन हन पापा दा हार उसने गल विच पाया सी पर जिन्ने ही ओ गुरु दी शरण विच आ गई तो ते नो राम राम जपांदी आप राम राम जपन लग पई ते अज असी सारी मनुखता गनका अगे भी मत्था टेक रही है क्यों क्योंकि उसका नाम गुरु ग्रंथ साहिब जी विच दर्ज हो गया सुची हो गई वो पवित्र हो गई अजा मन पापी जग जाने निमक माए निस्तारा तू क्यों नहीं चेते करदा उसनो क्यों नहीं सुच्चा हुंदा उसका नाम जपिया वड्डे तो वड्डा पापी सुच्चा हो जाता है अगां कूतरांग पिछा फेर न मोड़ड़ा कदी ना सोची कि मैं बड़े पाप कीते सन हुण किवें गुरु दी शरण विच आया मैं पवित्र हो सकदा हां नहीं तू जरूर पवित्र हो सकदा है जे तैनू गुरु मिल पए गुर के पौड़ी पूजो चा कई बार गुरु ग्रंथ साहिब जी विच सहज पाठ करते वचन आएंगे कि गुरु जहाज है गुरु बोयत है जिस विच बैठ के संसार रूपी सागर नु आसानी नाल पार कीता जा सकता है हुण गुरु जी वचन उचार रहे हैं कि गुरु जी जे तू पौड़ी चढ़ी जाएगा तू उच्चे ही उच्चे वधी जाएगा केड़ा उच्चापन है आत्मक तौर ते परमार्थ दी दुनिया विच तू उच्चा होएगा कोई गल नहीं घर तेरे रुखी सुखी रोटी है कोई गल नहीं तेरे नाम से कोई दुनियावी अपना घर नहीं है तू किराए से रह गया है कोई गल नहीं घर विच आर्थिक तंगी है पर परमार्थ दी जीवन विच तू उच्चे ही उच्चे चढ़दा जाएगा कदों जदों गुरु दी पौड़ी चढ़ेगा साध संगत जी जे आप जी जपजी साहिब दे असली सारे अर्थ पढ़िए तां एक एक पौड़ी दा सफर करके 38 पौड़ियां तो बाद ही नजरी नजर निहाल कोई हो सकता है आनंद की अवस्था ते पहुंच सकता है गुर पौड़ी बेड़ी गुरु गुर तुल्हा हर नाओ गुर सर सागर होए थो गुर तीरथ दरिया ਜਦੋਂ ਮਨੁੱਖ ਪੌੜੀ ਚੜਦਾ ਹੈ ਫਿਰ ਕੀ ਕਰਦਾ ਹੈ ਕਈ ਵਾਰ ਅਸੀਂ ਦੇਖਦੇ ਹਾਂ ਕੋਈ ਬਜ਼ੁਰਗ ਹੈ ਤਾਂ ਚੁੱਕ ਚੁੱਕ ਕੇ ਇੱਕ ਇੱਕ ਪੌੜੀ ਚੜਦਾ ਹੈ ਜਾਂ ਗੁਰਦੁਆਰੇ ਮੰਦਿਰ ਮਸਜਿਦ ਜਾਈਏ ਤਾਂ ਅਸੀਂ ਪੌੜੀ ਉੱਤੇ ਆਪਣਾ ਹੱਥ ਰੱਖਦੇ ਹਾਂ ਤਾਂ ਕਿ ਸੰਗਤ ਦੀ ਖਾਕ ਮੱਥੇ ਤੇ ਲਗਾ ਸਕੀਏ ਚੁੱਕ ਚੁੱਕ ਕੇ ਪੌੜੀ ਚੜਦੇ ਹਾਂ ਪਰ ਇਹ ਨਾ ਹੋਏ ਜਦੋਂ ਤੂੰ ਸਭ ਤੋਂ ਉੱਤੇ ਪਹੁੰਚ ਜਾਏ ਤਾਂ ਪੌੜੀ ਨੂੰ ਪਿੱਠ ਨਾ ਦਿਖਾਈ ਉੱਤੇ ਚੜ ਕੇ ਕੀ ਕਰਦਾ ਹੈ ਮਨੁੱਖ ਸਭ ਤੋਂ ਪਹਿਲੇ ਆਪਣੀ ਪਿੱਠ ਪੌੜੀ ਵੱਲ ਕਰਕੇ ਇਵੇਂ ਹੰਕਾਰ ਵਿੱਚ ਨਾ ਆ ਜਾਈ ਜੇ ਗੁਰੂ ਦੀ ਪੌੜੀ स्टेप बाय स्टेप चढ़ के आनंद की अवस्था से पहुंच भी गया है उसकी कृपा समझी उसकी मेहर समझी उसकी रहमत समझी हंकार ना करी कर्म मिले जम का पहुँचा कर्म करत होवे न करम उथे कर्म दे अर्थ होंगे काम जेड़े असी करते हां सेवा करत होए
ਨੈਕਾਮੀ। ਪਰ ਇੱਥੇ ਪ੍ਰਕਰਨ ਅਨੁਸਾਰ ਕਰਮ ਦੇ ਅਰਥ ਬਣਦੇ ਹਨ ਬਖਸ਼ਿਸ਼, ਰਹਿਮਤ, ਕਿਰਪਾ। ਕਰਮ ਮਿਲੇ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਹੀਂ। ਉਸਦੀ ਕਿਰਪਾ ਨਾਲ ਹੀ ਤਰਿਆ ਜਾ ਸਕਦਾ ਹੈ। ਹੋਰ ਕੋਈ ਜਗ੍ਹਾ ਹੀ ਨਹੀਂ ਜਿਹੜੀ ਮੈਨੂੰ ਸੰਸਾਰ ਦੇ ਦੁੱਖਾਂ ਤੋਂ ਦੂਜੇ ਬੰਨੇ ਪਹੁੰਚਾ ਦੇ। ਇੱਕ ਕਰਮ ਉਸਦੀ ਬਖਸ਼ਿਸ਼, ਉਸਦੀ ਰਹਿਮਤ ਹੀ ਹੈ। ਤੇ ਜਦੋਂ ਉਸਦੀ ਰਹਿਮਤ ਹੋ ਗਈ, ਕੀ ਹੋਏਗਾ? ਜਮਾ ਦਾ ਡਰ ਖਤਮ ਹੋ ਜਾਏਗਾ। ਪਾਓ ਡਰ। ਪਰਥਾਏ ਸਾਖੀ ਮਹਾਪੁਰਖ ਬੋਲਦੇ, ਸਾਂਝੀ ਸਗਲ ਜਹਾਨੇ। ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਨੇ। ਭਾਉ ਡਰ। ਜੋ ਵੀ ਮਹਾਪੁਰਖ ਭਗਤ ਗੁਰੂ ਬੋਲਦੇ ਹਨ, ਉਹ ਕਿਸੇ ਇੱਕ ਨੂੰ ਸੰਦੇਸ਼ ਨਹੀਂ ਹੁੰਦਾ। ਸੱਜਣ ਨੂੰ ਸੰਦੇਸ਼ ਨਹੀਂ ਸੀ। ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਨ, ਇਹ ਸਾਰੀ ਮਨੁੱਖਤਾ ਨੂੰ ਸੰਦੇਸ਼ ਸੀ। ਭੂਮੀਏ ਨੂੰ ਸੰਦੇਸ਼ ਨਹੀਂ ਸੀ। ਚੋਰ ਕੀ ਹਾਮਾ ਪਰੇ ਨਾ ਕੋਈ, ਚੋਰ ਕੀਆ ਚੰਗਾ ਕਿਉਂ ਹੋਏ। ਇਹ ਸਾਡੇ ਲਈ ਉਪਦੇਸ਼ ਹੈ। ਜਦੋਂ ਚੋਰੀ ਕਰਨ ਲੱਗਦੇ ਹਾਂ, ਇਹ ਦੁੱਖ ਮਨ ਵਿੱਚ ਚੱਲ ਪਏ, ਉਸੇ ਵੇਲੇ ਹੱਥ ਚੋਰੀ ਨੂੰ ਛੱਡ ਦੇ। ਪਰਥਾਏ ਸਾਖੀ ਮਹਾਪੁਰਖ ਬੋਲਦੇ, ਸਾਂਝੀ ਸਗਲ ਜਹਾਨੇ। ਗੁਰਮੁਖ ਹੋਏ ਸੋ ਭਾਉ ਕਰੇ ਡਰ, ਆਪਣਾ ਆਪ ਪਛਾਨੇ। ਗੁਰਮੁਖ ਉਹ ਹੈ ਜਿਹੜਾ ਪਰਮਾਤਮਾ ਦੇ ਡਰ ਵਿੱਚ, ਅਦਬ ਵਿੱਚ ਰਹਿੰਦਾ ਹੈ ਤੇ ਆਪਣੇ ਆਪ ਦੀ ਪੜਚੋਲ ਕਰਦਾ ਰਹਿੰਦਾ ਹੈ। ਰੋਜ਼ ਸੋਚਦਾ ਹੈ ਅੱਜ ਮੈਂ ਕਿਹੜੀਆਂ ਗਲਤੀਆਂ ਕੀਤੀਆਂ ਤੇ ਅਗਲੇ ਦਿਨ ਮੈਂ ਉਹਨਾਂ ਨੂੰ ਕਿਵੇਂ ਸੁਧਾਰਨਾ ਹੈ। ਭਾਉ ਡਰ, ਕਿਉਂਕਿ ਉਸਦੇ ਮਨ ਵਿੱਚ ਪਰਮਾਤਮਾ ਦਾ ਡਰ ਹੈ। ਇਸ ਤੁਕ ਵਿੱਚ ਗੁਰੂ ਜੀ ਬਚਨ ਕਰਦੇ ਹਨ, ਐਸੇ ਗੁਰਮੁਖ ਨੂੰ ਜਮਾ ਦਾ ਵੀ ਡਰ ਨਹੀਂ ਰਹਿੰਦਾ। ਕਿਵੇਂ ਮਨਮੁਖ ਮੌਤ ਤੋਂ ਡਰਦਾ ਰਹਿੰਦਾ ਹੈ। ਜਦੋਂ ਮੈਂ ਮਰ ਗਿਆ, ਪਰਿਵਾਰ ਦਾ ਕੀ ਹੋਏਗਾ, ਕਿੱਥੋਂ ਪਲਣਗੇ। ਹੰਕਾਰ ਹੈ ਨਾ ਕਿ ਮੈਂ ਪਾਲ ਲਿਆ। ਪਰ ਗੁਰਮੁਖ ਨੂੰ ਜਮ ਦਾ ਕੋਈ ਡਰ ਨਹੀਂ। कबीर मेरी बुद्ध को जम न करे तिसकार, जिन ए जमुआ सिरजिया सो जपिया परवरदिगार। जमदूत ने ਤਾਂ ਆਪਣੇ ਦੂਤਾਂ ਨੂੰ ਵੀ ਕਹਿ ਦਿੱਤਾ ਸੀ, ਜਿੱਥੇ ਪਰਮਾਤਮਾ ਦੇ ਭਗਤ ਜਨ ਭਗਤੀ ਕਰਦੇ ਹਨ, ਉੱਥੇ ਦੂਰੋਂ ਹੀ ਭੱਜ ਜਾਈ, ਨਹੀਂ ਤਾਂ ਤੂੰ ਤੇ ਮੈਂ परमात्मा दे दर तो छुट नहीं सकांगे। जय गो साधु गोविंद भजन, कीर्तन नानक नीत, ना होने तूने छुटे, निकट न जाइयो दूत। गुर मिले मिल अंग समाया। खीरले बंद विच तीन तुकां गुरु जी समझाते हैं। गुर मिले, ਜਦੋਂ ਤੋਂ ਤੈਨੂੰ ਪੂਰਾ ਗੁਰੂ ਮਿਲ ਗਿਆ, ਮਿਲ ਅੰਕ ਸਮਾਇਆ। ਅੰਕ ਤੋਂ ਭਾਵ ਚਰਨ। ਤੈਨੂੰ ਪਰਮਾਤਮਾ ਦੇ ਚਰਨ ਪ੍ਰਾਪਤ ਹੋ ਗਏ, ਚਰਨ ਛੂ ਪ੍ਰਾਪਤ ਹੋ ਗਈ, ਕਿਉਂਕਿ ਗੁਰੂ ਨੇ ਵਿਚੋਲਾ ਬਣ ਕੇ ਤੈਨੂੰ ਪ੍ਰਭੂ ਨਾਲ ਮਿਲਾ ਦਿੱਤਾ। ਜੈਸਾ ਸਤਿਗੁਰ ਸੁਨੀਦਾ, ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੇ ਪ੍ਰਭੂ, ਹਰ ਦਰਦੀ ਕਾ ਵਸੀਠ। ਵਿਚੋਲਾ ਵਕੀਲ ਬਣ ਕੇ ਜਦੋਂ ਗੁਰੂ ਨੇ ਪਰਮਾਤਮਾ ਦੇ ਚਰਨਾਂ ਨਾਲ ਮਿਲਾ ਦਿੱਤਾ, ਤਾਂ ਮੈਂ ਜੀਂਦੇ ਜੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਦਿਆ ਰਾਮ। ਪਰ ਇਹ ਕਦੋਂ ਹੋਇਆ? ਜਦੋਂ ਗੁਰੂ ਨੇ ਪਰਮਾਤਮਾ ਦੇ ਚਰਨਾਂ ਨਾਲ ਜੋੜ ਦਿੱਤਾ। ਅੰਕ ਚਰਨ। गुर के चरण जी का निस्तारा, समुद्र सागर जिन किन में तारा। गुर कर कृपा कर महल दिखाया। परमात्मा दा दर किन्ने दिखा दिता? गुरु ने कृपा करके, रहमत करके दिखा दिता। कृपा
मांगो दान ठाकुर नाम। मैं उस कोलों दान विच नाम ते मंगया है, पर मिलेगा कदों जदों दी किरपा होएगी। मांगो दान ठाकुर नाम, अवर कछ मेरे संग न चाले, मिले कृपा गुण काम। ओदी किरपा नाल मिलेगा। किरपा कीजे सामत दीजे, आठ पहर तुध त्याई। परमात्मा मैनू ऐसी मत दे दे कि मैं अठे पैर तैनू ही त्यांदा रवां। नानक हमें बार मिलाया। अखीरली तुक विच गुरु जी बचन करते हैं, किवें मिलाप होएगा, क्योंकि पूरे शब्द विच मिलाप दी गल आई है। किवें मिलाप होएगा, जदों हौमे मुक जाएगी, हंकार मुक जाएगा। मैं गुरुद्वारे आया नहीं, तू मैनू लैके आया। मैं कथा कीर्तन नहीं करता, तू आप करवांदा है। हाँ टाडी बेकार कारे लाया, तू मैनू वेले नू एक काम दे दिता है। हौमे नू मुका के मिलाप होएगा। सखियाओ सखी वसियाओ सखी, असी फिर का मंगल गावे। तजमान सखी तजमान सखी, हंकार नू छड़ दे, फिर मिलाप होएगा। क्यों हंकार नू छड़, तजमान सखी मत अपने प्रीतम पावे। तेरे पति नू तेरा हंकार चंगा नहीं लगदा। सतगुर सेवन से सोहणे, हौमे मैल गवाए। शब्द रते से निर्मले, चले सतगुर पाए। तन फिर का एक ही संग वासा, विच हौमे पीत करारी। पति हिरदे विच है, हौमे दी कंध ही है, जड़ी मिलाप नहीं करान दे रही। हौमे नू बाहर कढ के आओ अज सारे अरदास करिए। जेड़ी अरदास आज तीसरे पातशाह ने हरमंदर साहिब तो 666 अंक ते कीती है। सारे रल के पढ़िए। हम भीखक भिखारी तेरे, तू निस्बत है दाता। हो दयाल नाम दियो मंगत जन को, सदा रहो रंग दाता। विचारा करदियां होइयां भुल्लां दी खिमा, आओ रल के जगत दे भले लई, किसानां दी चढ़दी कला लई सारे अरदास करिए जी। जगत जलंदा रख ले अपनी कृपा धार। जित द्वारे उबरै तितै होवा, सबे जी समाल अपनी मेहर कर। अनपाणी मोचो पाए, दुख दर्द भन कर। आप भी शाम ਨੂੰ ਦੀ ਹਾਜ਼ਰੀਆਂ ਕਰਿਆ ਕਰੋ। ਅੱਜ 10वां अध्याय शुरू होना है। भाई साहब भाई संतोख सिंह जी ने दसना है कि किवें गुरु नानक देव जी जदों खेतां विच गए गऊआं चारियां ते उदों की होया। आओ आप जी उदों भी हाजरियां भर के लाहा खटो। वाहिगुरू जी का खालसा वाहिगुरू जी की